ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਨਿੱਘਾ ਸਵਾਗਤ। ਮੈਂ ਹਾਂ ਨਵਜੀਤ। ਹਰ ਰੋਜ਼ ਤਰ੍ਹਾਂ ਖਬਰਾਂ ਤੇ ਚਰਚਾ ਕਰਨ ਲਈ ਸੀਨੀਅਰ ਪੱਤਰਕਾਰ ਤੇ ਉੱਘੇ ਵਿਸ਼ਲੇਸ਼ਕ ਜਤਿੰਦਰ ਪੰਨੂ ਜੀ ਮੇਰੇ ਨਾਲ ਨੇ। ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਹਾਂ, ਫਿਰ ਕਰਦੇ ਹਾਂ ਚਰਚਾ। ਪੰਨੂ ਸਾਹਿਬ ਸਵਾਗਤ ਜੀ, ਸਤਿ ਸ਼੍ਰੀ ਅਕਾਲ ਜੀ। ਸ਼ੁਕਰੀਆ ਨਵਜੀਤ ਜੀ, ਸਤਿ ਸ਼੍ਰੀ ਅਕਾਲ। ਪੰਨੂ ਸਾਹਿਬ, ਅੱਜ ਹੀਰੋਸ਼ੀਮਾ ਡੇ ਹੈ। ਲੱਖਾਂ ਲੋਕਾਂ ਦੀ ਮੌਤ ਹੋਈ ਸੀ ਨਾਗਾਸਾਕੀ ਤੇ ਹੀਰੋਸ਼ੀਮਾ ਨੂੰ ਮਿਲਾ ਕੇ। ਅੱਜ ਵੀ ਪ੍ਰਭਾਵ ਦਿਖਾਈ ਦਿੰਦਾ ਹੈ। ਕੀ ਕਹਿਣਾ ਚਾਹੋਗੇ ਜੋ ਤਰਾਸਦੀ ਉਸ ਵੇਲੇ ਹੋਈ ਸੀ? ਨਵਜੀਤ ਜੀ, ਉਦੋਂ ਇੱਕ ਜੰਗ ਲੱਗੀ ਸੀ, ਛੋਟੀ ਮੋਟੀ ਨਹੀਂ, ਸੰਸਾਰ ਪੱਧਰ ਦੀ ਜੰਗ। ਪਹਿਲੀ ਜੰਗ ਤਾਂ 1914-1919 'ਚ ਸੀਗੀ ਜੀ। ਇਹ ਦੂਸਰੀ 1939 ਤੋਂ 1945 ਤੱਕ 6 ਸਾਲ ਲੜੀ ਗਈ। ਜਦੋਂ ਇਹ ਜੰਗ ਮੁੱਕਣ ਵਾਲੀ ਸੀ, ਸਿਰੇ 'ਤੇ ਚਲੀ ਗਈ, ਪੰਜਾਬੀ 'ਚ ਕਹਾਂ ਤੇ ਹੱਥ ਹੀ ਨਿਕਲ ਗਿਆ, ਪੂਛ ਰਹਿ ਗਈ ਸੀ। ਉਦੋਂ ਅਮਰੀਕਾ ਵਾਲਿਆਂ ਨੇ 6 ਅਗਸਤ ਦੇ ਦਿਨ ਸਵੇਰੇ ਜਾ ਕੇ ਜਾਪਾਨ ਦੇ ਸ਼ਹਿਰ ਹੀਰੋਸ਼ੀਮਾ ਦੇ ਉੱਤੇ ਐਟਮ ਬੰਬ ਸੁੱਟਿਆ। ਉਹ ਦੁਨੀਆ ਦਾ ਪਹਿਲਾ ਐਟਮੀ ਬੰਬ ਹਮਲਾ ਸੀ। ਅਤੇ 3 ਦਿਨ ਬਾਅਦ 9 ਅਗਸਤ ਨੂੰ ਮੁੜ ਕੇ ਉਹਨਾਂ ਨੇ ਨਾਗਾਸਾਕੀ 'ਚ ਸੁੱਟਤਾ ਸੀ। ਜਦੋਂ ਇਹ ਬੰਬ ਸੁੱਟਣ ਗਏ, ਬੜੇ ਜੋਸ਼ ਵਿੱਚ ਜਿਹੜੇ ਗਏ ਸਨ, ਉਸ ਜਹਾਜ਼ ਦੇ ਵਿੱਚ ਜਿਹੜੇ 4 ਕੁ ਬੰਦੇ ਸਨ, ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਐਡੀ ਤਬਾਹੀ ਵਾਲਾ ਬੰਬ ਹੋਵੇਗਾ। ਜੀ। ਜਦੋਂ 9460 ਮੀਟਰ ਉਚਾਈ ਤੋਂ ਸੁੱਟਿਆ ਗਿਆ, ਪੌਣੇ ਮਿੰਟ ਦੇ ਅੰਦਰ ਅੰਦਰ ਤਬਾਹੀ ਹੋ ਗਈ। ਪੌਣਾ ਮਿੰਟ ਦਾ ਮਤਲਬ ਕਿ 45 ਸੈਕਿੰਡ ਵੀ ਪੂਰੇ ਨਹੀਂ, 44.4 ਸੈਕਿੰਡ ਦੇ ਵਿੱਚ ਜਹਾਜ਼ ਤੋਂ ਥੱਲੇ ਆ ਕੇ ਬੰਬ ਡਿੱਗਾ। ਅਤੇ ਫਿਰ ਉਹਨੇ ਜਿੰਨਾ 4 ਚੁਫੇਰੇ ਧੂੰਆਂ ਫੈਲਾਇਆ ਅਤੇ ਜਿੰਨੀ ਤਬਾਹੀ, ਜਿਹੜਾ ਉਸ ਜਹਾਜ਼ ਦਾ ਇੰਚਾਰਜ ਕਮਾਂਡਰ ਸੀ, ਉਹ ਕਹਿੰਦਾ, ਓਹੋ, ਮੈਂ ਕਦੇ ਸੋਚਿਆ ਵੀ ਨਹੀਂ ਸੀ, ਜੋ ਮੈਂ ਵੇਖਿਆ ਉਹ 'ਤੇ ਯਕੀਨ ਨਹੀਂ ਆ ਰਿਹਾ। ਜੀ। ਅਤੇ ਸੈਕੰਡ ਕਮਾਂਡਰ ਕਹਿੰਦਾ, ਓ ਮਾਈ ਗਾਡ। ਕਿਤੇ ਨਾ ਕਿਤੇ ਉਹਨਾਂ ਦੇ ਮਨ 'ਚ ਵੀ ਬਾਅਦ 'ਚ ਪਛਤਾਵਾ ਤੇ ਹੁੰਦਾ ਹੋਵੇਗਾ ਕਿ ਅਸੀਂ ਇੰਨੇ ਲੋਕ ਮਾਰਤੇ। ਹੁਣ ਜਦੋਂ ਇੰਨੇ ਲੋਕ ਮਾਰੇ ਗਏ, ਕਹਿੰਦੇ ਸੀ 30,000 ਤੱਕ ਖੜੇ ਪੈਰੀ ਉੱਥੇ ਮਰ ਗਏ ਹੀਰੋਸ਼ੀਮਾ 'ਚ। ਬਾਅਦ ਵਿੱਚ ਕਿੰਨੇ ਹੋਰ ਮਾਰੇ ਗਏ, ਕਿੰਨੇ ਬਾਅਦ 'ਚ ਬਿਮਾਰੀਆਂ ਲੈ ਜੰਮਦੇ ਰਹੇ, ਕਿੰਨੇ ਜਿਹੜੇ ਸੀ ਉਹ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ, ਕੋਈ ਗਿਣਤੀ ਤਾਂ ਨਹੀਂ। 3.5 ਲੱਖ ਦੀ ਆਬਾਦੀ ਸੀ ਉਹ ਸ਼ਹਿਰ ਦੀ 1940 'ਚ, ਅਤੇ ਸਮਝਿਆ ਜਾਂਦਾ ਸੀ 1950 ਤੱਕ 5 ਲੱਖ ਹੋ ਜਾਣੀ ਹੈ। 1945 'ਚ ਇਸ ਧਮਾਕੇ ਤੋਂ ਬਾਅਦ ਉਹ 1.5 ਲੱਖ ਰਹਿ ਗਈ, 1.5 ਲੱਖ ਤੋਂ ਵੀ ਘੱਟ ਰਹਿ ਗਈ, ਕਿਉਂਕਿ 30-40 ਹਜ਼ਾਰ ਲੋਕ ਮਾਰੇ ਗਏ, ਬਾਕੀ ਹਜ਼ਾਰਾਂ ਦੀ ਗਿਣਤੀ 'ਚ ਹਸਪਤਾਲ ਪੈ ਗਏ। ਜਿਹੜੇ ਰਹਿੰਦੇ ਸੀ, ਜਦੋਂ ਸਾਰਾ ਸ਼ਹਿਰ ਹੀ ਤਬਾਹ ਹੋ ਗਿਆ, ਸਿਰ 'ਤੇ ਛੱਤ ਦੀ ਭਾਲ ਵਿੱਚ ਤੇ 2 ਡੰਗ ਦੀ ਰੋਟੀ ਦੀ ਭਾਲ 'ਚ ਆਸੇ-ਪਾਸੇ ਤੁਰ ਗਏ। ਜੀ। ਅਤੇ ਬੰਬ ਸੁੱਟਿਆ ਕਿਉਂ ਸੀ? ਅਮਰੀਕਾ ਵਾਲੇ ਕਹਿੰਦੇ ਆ ਜੀ, ਉਦੋਂ ਤੱਕ ਜੰਗ ਖਤਮ ਨਹੀਂ ਸੀ ਹੋ ਰਹੀ ਅਤੇ ਜਾਪਾਨ ਦੇ ਗੋਡੇ ਲਵਾਉਣ ਵਾਸਤੇ, ਉਹਦਾ ਆਤਮ ਸਮਰਪਣ ਕਰਾਉਣ ਵਾਸਤੇ ਇਹ ਬੰਬ ਸੁੱਟਿਆ ਗਿਆ। ਇਹ ਗੱਲ ਗਲਤ ਹੈ। ਅਮਰੀਕਾ ਵਾਲਿਆਂ ਨੂੰ ਲੱਗਦਾ ਸੀ ਕਿ ਜੰਗ ਤਾਂ ਹੁਣ ਖਤਮ ਹੋ ਜਾਣੀ ਹੈ। ਜੀ। ਜਿਹੜਾ ਹਿਟਲਰ ਇਹਨਾਂ ਜਗਮਗਦਿਆਂ ਦਾ ਜਰਨੈਲ ਸੀ, ਸਭ ਤੋਂ ਵੱਡਾ, ਉਹ ਅਪ੍ਰੈਲ 'ਚ ਮਰ ਗਿਆ। ਜਿਹੜਾ ਦੂਸਰਾ ਸੀ ਇਟਲੀ ਵਾਲਾ ਮੁਸੋਲਿਨੀ, 3 ਦਿਨ ਬਾਅਦ ਉਹ ਮਰ ਗਿਆ। ਅਤੇ ਹੁਣ ਤਾਂ ਰਹਿ ਗਏ ਥੋੜ੍ਹੇ ਦਿਨ ਸੀ, ਜੰਗ ਤੇ ਮੁੱਕੀ ਪਈ ਸੀ। ਅਮਰੀਕਾ ਵਾਲਿਆਂ ਨੇ ਦੋਵੇਂ ਬੰਬ ਸੁੱਟੇ ਇਸ ਕਰਕੇ ਕਿ ਜੇ ਜੰਗ ਮੁੱਕ ਗਈ ਤੇ ਮੁੜ ਕੇ ਅਸੀਂ ਇਹਨਾਂ ਬੰਬਾਂ ਦੀ ਪਰਖ ਕਿੱਥੇ ਕਰਾਂਗੇ। ਸਿਰਫ ਪਰਖ ਕਰਨ ਦੀ ਖਾਤਰ ਐਟਮ ਬੰਬ ਸੁੱਟ ਕੇ ਤੇ ਉਹਨਾਂ 2 ਸ਼ਹਿਰਾਂ ਦੇ ਵਿੱਚ ਲੱਖਾਂ ਲੋਕ ਮਾਰ ਦਿੱਤੇ। ਉਹਦੇ ਤੋਂ ਬਾਅਦ ਅੱਜ ਤੱਕ ਕਦੇ ਕੋਈ ਐਟਮ ਬੰਬ ਨਹੀਂ ਚੱਲਿਆ। ਉਹ 2 ਹੀ ਸਨ, ਅਤੇ ਅਸੀਂ ਸੁੱਖ ਮੰਗਾਂਗੇ ਕਿ 2 ਹੀ ਰਹਿਣ, ਉਸ ਤੋਂ ਬਾਅਦ ਹੋਰ ਕੋਈ ਨਾ ਚੱਲੇ। ਜੀ। ਪਰ ਸੱਚਾਈ ਇਹ ਹੈ ਕਿ ਅਜੇ ਤੱਕ ਵੀ ਜਿਨ੍ਹਾਂ ਨੇ ਉਹ ਐਟਮ ਬੰਬ ਬਣਾਏ ਸਨ, ਉਹ ਕਦੇ ਕਿਸੇ ਥਾਂ ਚਵਾਤੀਆਂ ਲਾਉਂਦੇ ਆ। ਉਹ ਜੰਗਬਾਜ਼ ਨੇ। ਜਦੋਂ ਕੋਵਿਡ ਦੇ ਦਿਨਾਂ ਵਿੱਚ ਉਹਨਾਂ ਦੀ ਸਾਰੀ ਇੰਡਸਟਰੀ ਫੇਲ ਹੋ ਗਈ ਸੀ, ਉਦੋਂ ਵੀ ਉਹਨਾਂ ਦੀ ਜੰਗੀ ਮਸ਼ੀਨਰੀ ਚੱਲਦੀ ਰਹੀ ਸੀ, ਜਹਾਜ਼ ਵਿਕਦੇ ਰਹੇ, ਮਿਜ਼ਾਈਲਾਂ ਅਤੇ ਤੋਪਾਂ ਵਿਕਦੀਆਂ ਸੀ। ਜੀ। ਉਹ ਤਾਂ ਹੀ ਵਿਕਣਗੀਆਂ ਜੇ ਕਿਤੇ ਜੰਗਾਂ ਲੱਗਣਗੀਆਂ। ਇਸ ਕਰਕੇ ਕਦੇ ਜ਼ੈਲੈਂਸਕੀ ਨੂੰ ਛੇੜ ਕੇ ਜੰਗ ਲਵਾ ਦਿਓ ਅਤੇ ਕਦੇ ਤਾਈਵਾਨ ਨੂੰ ਜਾ ਕੇ ਆਖੋ। ਇਹ ਜੋ ਕੁਝ ਸਾਰਾ ਹੋ ਰਿਹਾ, ਇਹ ਗਲਤ ਹੈ।
ਇਹ ਸਮਝ ਲੈਣਾ ਚਾਹੀਦਾ ਅਮਰੀਕਾ ਨੂੰ ਕਿ ਅੱਜ ਦਾ ਯੁੱਗ ਹਿਟਲਰ ਤੇ ਮੁਸੋਲਿਨੀ ਦਾ ਯੁੱਗ ਨਹੀਂ, 1945 ਨਹੀਂ। ਹੁਣ 77 ਸਾਲ ਲੰਘ ਗਏ, ਇਹਨਾਂ 'ਚ ਬਹੁਤ ਸਾਰਾ ਪਾਣੀ ਪੁਲਾਂ ਥੱਲੇ ਲੰਘ ਗਿਆ। ਅਸੀਂ ਇੱਥੇ ਭਾਰਤ ਦੇ ਲੋਕ ਇਹ ਕਹਿੰਦੇ ਆ ਕਿ ਬਿਹਾਰ ਤੇ ਯੂਪੀ 'ਚ ਚਲ ਜਾਓ ਤੇ ਰੇਹੜੀਆਂ ਦੇ ਉੱਤੇ ਕੱਦੂਆਂ ਤੇ ਬਤਾਊਆਂ ਵਾਂਗ ਬੰਬ ਤੇ ਪਿਸਤੌਲ ਵਿਕਦੇ ਪਏ। ਜਦੋਂ ਦੁਨੀਆ ਤੇ ਨਜ਼ਰ ਮਾਰੀਏ ਤੇ ਜਿਹੜੇ ਦੇਸ਼ਾਂ ਦੇ ਵਿੱਚ ਘਰ ਖਾਣ ਨੂੰ ਨਹੀਂ ਮਾਂ ਪੀਣ ਗਈ ਹੈ, ਉਹ ਵੀ ਐਟਮ ਬੰਬ ਰੇਹੜੀਆਂ ਤੇ ਰੱਖੀ ਫਿਰਦੇ ਆ ਜੀ। ਸਾਡੇ ਗੁਆਂਢ ਪਾਕਿਸਤਾਨ ਦੇ ਵਿੱਚ ਇਮਰਾਨ ਖਾਨ ਦੀ ਸਰਕਾਰ ਦੇ ਵਕਤ ਉਹਦੇ ਇੱਕ ਮੰਤਰੀ ਨੇ ਕਹਿਤਾ ਸੀ ਸਾਡੇ ਕੋਲ ਤਾਂ ਪਾਈਆ ਦੇ ਬੰਬ ਆ ਜੀ। ਅਸੀਂ ਤੇ ਉਹ ਵੀ ਚਲਾਉਣਾ ਸ਼ੁਰੂ ਕਰ ਰਹੇ, ਪਾਈਆ ਦੇ ਐਟਮ ਬੰਬ। ਦੁਨੀਆ ਨੇ ਪਹਿਲੀ ਵਾਰ ਸੁਣਿਆ ਸੀ ਕਿ ਪਾਈਆ ਦੀ ਐਟਮ ਬੰਬ ਹੈ। ਸਰਕਾਰ ਚਲਾਉਣ ਵਾਸਤੇ ਪੈਸੇ ਨਹੀਂ, ਠੂਠਾ ਫੜ ਕੇ ਸਾਰੀ ਦੁਨੀਆ ਤੋਂ ਮੰਗਦੇ ਪਏ ਆ, ਪਰ ਧਮਕੀਆਂ ਦਿੰਦੇ ਤੁਹਾਨੂੰ ਪਤਾ ਅਸੀਂ ਐਟਮੀ ਤਾਕਤਾਂ ਵੱਟ ਕੱਢ ਦਿਆਂਗੇ। ਉਹਨਾਂ ਨੂੰ ਪਤਾ ਹੀ ਨਹੀਂ ਕਿ ਇਹ ਜੇ ਐਟਮ ਬੰਬ ਚੱਲਣ ਲੱਗ ਪਏ ਤੇ ਇਹ ਸਾਰੀ ਦੁਨੀਆ ਤਬਾਹ ਹੋ ਜਾਣੀ ਆ। ਇਹ ਤਬਾਹੀ ਦੇ ਮਸਾਲੇ ਤੋਂ ਬਚ ਕੇ ਰਹਿਣਾ ਚਾਹੀਦਾ। ਅਮਰੀਕਾ ਵਾਲਿਆਂ ਨੂੰ, ਦੂਜਿਆਂ ਨੂੰ ਵੀ ਮਨੁੱਖਤਾ ਦੀ ਸੁੱਖ ਮੰਗਣੀ ਚਾਹੀਦੀ ਆ। ਹੀਰੋਸ਼ੀਮਾ ਡੇ ਦਾ ਸੰਦੇਸ਼ ਹੀ ਅਸਲ 'ਚ ਇਹ ਆ ਕਿ ਜੇ ਬਚਦੀ ਆ ਮਨੁੱਖਤਾ ਬਚਾ ਲਓ, ਨਹੀਂ ਤੇ ਪੈਰ ਤੇ ਖਤਰਾ ਰਾਹ ਰੋਕੀ ਖੜਾ। ਬਿਲਕੁਲ ਪੰਨੂ ਸਾਹਿਬ, ਅੱਗੇ ਵਧਦੇ ਆ ਪੰਨੂ ਸਾਹਿਬ, ਗੱਲ ਕਰਦੇ ਹਾਂ ਖੇਡਾਂ ਦੀ। ਕਾਮਨਵੈਲਥ ਖੇਡਾਂ ਚੱਲ ਰਹੀਆਂ ਤੇ ਭਾਰਤ ਦਾ ਖੂਬਸੂਰਤ ਪ੍ਰਦਰਸ਼ਨ ਜਾਰੀ ਹੈ। 4 ਗੋਲਡ ਕੱਲ੍ਹ ਜਿੱਤੇ ਹੈ, ਅੱਜ ਵੀ ਮੁਕਾਬਲੇ ਚੱਲ ਰਹੇ ਤੇ ਖਿਡਾਰੀ ਹੁਣ ਫਾਈਨਲ ਵਿੱਚ ਪਹੁੰਚ ਗਿਆ। ਉਹਦੇ ਬਾਰੇ ਕੀ ਕਹਿਣਾ ਚਾਹੋਗੇ? ਕੱਲ੍ਹ ਤਾਂ ਭਾਰਤ ਦੇ ਵਾਸਤੇ ਗੋਲਡਨ ਡੇ ਸੀ। ਬਜਰੰਗ ਪੂਨੀਆ ਗੋਲਡ ਲੈ ਗਿਆ, ਇੱਕ ਉਹ ਦੂਸਰਾ ਪੂਨੀਆ ਉਹਦੇ ਨਾਲ ਦਾ ਹੁਣ ਮੈਨੂੰ ਨਾਂ ਉਹਦਾ ਭੁੱਲ ਗਿਆ, ਉਹ ਗੋਲਡ ਲੈ ਗਿਆ। ਸਾਕਸ਼ੀ ਮਲਿਕ ਗੋਲਡ ਮੈਡਲ ਲੈ ਗਈ, ਸੁਧੀਰ ਗੋਲਡ ਮੈਡਲ ਲੈ ਗਿਆ। ਇੱਕ ਕੁੜੀ ਜਿਹੜੀ ਸੀ ਉਹ ਚਾਂਦੀ ਦਾ ਮੈਡਲ ਲੈ ਗਈ। ਇੱਕ ਜਾਂ 2 ਜਣੇ ਉਸ ਤੋਂ ਬਾਅਦ ਕਾਂਸੇ ਦੇ ਮੈਡਲ ਵੀ ਲੈ ਗਏ। ਚੰਗੀ ਵਧੀਆ ਪਰਫਾਰਮੈਂਸ ਸੀ ਕੱਲ੍ਹ। ਅੱਜ ਫਿਰ ਵਧੀਆ ਚੱਲ ਰਿਹਾ। ਸਿਰਫ ਕਿ ਹੈ ਕਿ ਹਾਕੀ ਦੇ ਵਿੱਚ ਆਸਟ੍ਰੇਲੀਆ ਨਾਲ ਖੇਡਦਿਆਂ ਥੋੜ੍ਹਾ ਜਿਹਾ ਡਿੱਕਾ ਪੈ ਗਿਆ, ਪਰ ਕੋਈ ਗੱਲ ਨਹੀਂ, ਇੱਦਾਂ ਦੀਆਂ ਗੱਲਾਂ ਹੋ ਜਾਂਦੀਆਂ ਹੁੰਦੀਆਂ। ਬਾਕੀ ਮਾਮਲਿਆਂ ਦੇ ਵਿੱਚ ਇਸੇ ਤਰ੍ਹਾਂ ਖੇਡਦੇ ਰਹਿਣਾ ਚਾਹੀਦਾ ਔਰ ਡਟ ਕੇ ਮੁਕਾਬਲਾ ਕਰਨਾ ਚਾਹੀਦਾ ਹਰ ਖੇਡ ਦੇ ਵਿੱਚ। ਇਹ ਦੱਸਣਾ ਚਾਹੀਦਾ ਕਿ ਸਾਡੇ ਵਿੱਚ ਦਮ ਹੈਗਾ, ਅਸੀਂ ਵੱਡੇ ਦੇਸ਼ਾਂ ਤੋਂ ਪਿੱਛੇ ਨਹੀਂ। ਔਰ ਭਾਰਤ ਦੇ ਖਿਡਾਰੀਆਂ ਨੇ ਪਹਿਲਾਂ ਵੀ ਧੁੰਮਾਂ ਪਾਈਆਂ ਹੋਈਆਂ ਨੇ। ਕਈ ਮਾਮਲਿਆਂ ਦੇ ਵਿੱਚ ਅਸੀਂ ਸੋਚਣ ਲੱਗ ਪਏ ਇੰਨੇ ਚਿਰ ਤੋਂ ਸਾਡਾ ਕੋਈ ਮੈਡਲ ਨਹੀਂ ਆਇਆ। ਜਦੋਂ ਆਉਣੇ ਸ਼ੁਰੂ ਹੋਏ ਤੇ ਰੈਸਲਿੰਗ ਦੇ ਵਿੱਚ ਸਾਡੇ ਅੱਗੜ ਪਿਛੜ ਆਉਣ ਲੱਗ ਪਏ ਜੀ, ਤੇ ਹੁਣ ਤੱਕ ਆਈ ਜਾਂਦੇ। ਜਦੋਂ ਆਉਣ ਲੱਗੇ ਤੇ ਟੈਨਿਸ ਦੇ ਵਿੱਚ ਵੀ, ਬੈਡਮਿੰਟਨ 'ਚ ਵੀ ਆਉਣ ਲੱਗ ਪਏ ਤੇ ਅਜੇ ਤੱਕ ਆਉਂਦੇ ਪਏ। ਕਈਆਂ ਖੇਡਾਂ 'ਚ ਅਸੀਂ ਹੌਲੀ ਹੌਲੀ ਉੱਪਰ ਉੱਠ ਰਹੇ ਹਾਂ। ਜਿਹੜੀਆਂ ਖੇਡਾਂ 'ਚ ਅਸੀਂ ਉੱਪਰ ਉੱਠ ਰਹੇ ਹਾਂ ਉਹਨਾਂ ਦੇ ਵਿੱਚ ਖਿਡਾਰੀਆਂ ਨੇ ਜਿੰਨਾ ਮਾਣ ਤਾਣ ਹਾਸਲ ਕੀਤਾ ਦੁਨੀਆ ਭਰ 'ਚੋਂ, ਭਾਰਤ ਸਰਕਾਰ ਨੂੰ ਤੇ ਸਾਡੇ ਸੂਬਿਆਂ ਦੀਆਂ ਸਰਕਾਰਾਂ ਨੂੰ ਉਹਦੀ ਕਦਰ ਪਾਉਣੀ ਚਾਹੀਦੀ ਆ। ਇਹਨਾਂ ਬੱਚਿਆਂ ਵਾਸਤੇ ਦਿਲ ਖੋਲ੍ਹ ਕੇ ਮਦਦ ਕਰਨੀ ਚਾਹੀਦੀ ਆ। ਤੇ ਜਿਹੜੇ ਬੱਚੇ ਇਹਨਾਂ ਦੇ ਪਿੱਛੇ ਲਾਈਨ ਵਿੱਚ ਨੇ, ਜਿਹੜੇ ਕੱਲ੍ਹ ਨੂੰ ਭਵਿੱਖ ਦੇ ਖਿਡਾਰੀ ਬਣ ਸਕਦੇ, ਦੁਨੀਆ ਦੇ ਉੱਤੇ ਜਾ ਕੇ ਧੁੰਮ ਪਾ ਸਕਦੇ, ਉਸ ਨਵੀਂ ਪਨੀਰੀ ਨੂੰ ਪਾਲਣ ਵਾਸਤੇ ਵੀ ਸਾਰੀ ਕਿਸਮ ਦੀਆਂ ਸਹੂਲਤਾਂ ਦੇਣੀਆਂ ਚਾਹੀਦੀਆਂ। ਅਸੀਂ ਸਹੂਲਤਾਂ ਨਹੀਂ ਦਿੰਦੇ, ਅਸੀਂ ਸਹੂਲਤਾਂ ਦੇ ਨਾਂ 'ਤੇ ਵਿਕਾਸ ਕਰਦੇ ਹਾਂ। ਭਾਰਤ ਵਿੱਚ ਨਾਅਰੇਬਾਜ਼ੀ ਕਰਨੀ, ਡਰਾਮੇਬਾਜ਼ੀ ਕਰਨੀ ਬਹੁਤ ਮਸ਼ਹੂਰ ਹੈ। ਡਰਾਮੇਬਾਜ਼ੀ ਤੇ ਹੁਣ ਆਜ਼ਾਦੀ ਦੇਣ ਦੇ ਉੱਤੇ ਹੋ ਰਹੀ ਆ। ਭਾਰਤ ਸਰਕਾਰ ਕਹਿੰਦੀ ਸਾਰੇ ਲੋਕ ਝੰਡੇ ਚਲਾਓ, ਅਰਵਿੰਦ ਕੇਜਰੀਵਾਲ ਵੀ ਕਹਿੰਦਾ 1 ਦਿਨ ਪਹਿਲਾਂ ਚਲਾਓ, ਹੁਣ ਕੋਈ ਆਖੂ 2 ਦਿਨ ਪਹਿਲਾਂ ਚਲਾਓ। ਅੱਜ ਸਾਰੇ ਹਿੰਦੁਸਤਾਨ ਦੇ ਵਿੱਚ ਕਿਸੇ ਕਾਰਟੂਨਿਸਟ ਦਾ ਬਣਾਇਆ ਇੱਕ ਸਕੈਚ ਜਿਹੜਾ ਉਹ ਟ੍ਰੈਂਡ ਕਰ ਰਿਹਾ। ਉਹ ਕੀ ਹੈ ਕਿ ਉਹ ਇੱਕ ਵਰਕਰ ਆਪਣੇ ਲੀਡਰ ਦੇ ਕੋਲ ਇੱਕ ਗਰੀਬ ਬੰਦੇ ਨੂੰ ਲੈ ਕੇ ਆ ਗਿਆ। ਸਰ ਤੁਸਾਂ ਕਿਹਾ ਸੀ ਨਾ ਕਿ ਸਾਰੇ ਲੋਕ ਘਰਾਂ 'ਤੇ ਤਿਰੰਗੇ ਝੰਡੇ ਚਲਾਓ। ਕਹਿੰਦਾ ਹਾਂ। ਕਹਿੰਦਾ ਮੈਂ ਬੰਦਾ ਲਿਆਂਦਾ, ਇਹ ਕਹਿੰਦਾ ਝੰਡਾ ਤੇ ਮੇਰੇ ਕੋਲ ਪਿਛਲੇ ਸਾਲ ਦਾ ਪਿਆ, ਚੜਾਉਣ ਵਾਸਤੇ ਮੈਨੂੰ ਘਰ ਦੇ ਦਿਓ। ਜਿਨ੍ਹਾਂ ਦੇ ਕੋਲ ਘਰ ਨਹੀਂ ਉਹ ਚੜਾਉਣਗੇ ਕਿੱਥੇ ਸੜਕ 'ਤੇ। ਇਹੀ ਹਾਲਤ ਖਿਡਾਰੀਆਂ ਦੀ ਆ। ਇਹਨਾਂ ਨੂੰ ਸ਼ਾਬਾਸ਼ ਦਿਓ, ਇਹਨਾਂ ਦੇ ਵਾਸਤੇ ਕੁਝ ਪ੍ਰਬੰਧ ਕਰੋ, ਇਹਨਾਂ ਦੇ ਵਾਸਤੇ ਅਖਾੜਿਆਂ ਦਾ, ਗਰਾਊਂਡਾਂ ਦਾ, ਟਰੈਕਾਂ ਦਾ, ਹਰ ਚੀਜ਼ ਦਾ ਪ੍ਰਬੰਧ ਕਰੋ।
ਅਗਲੀ ਵਾਰੀ ਇਹ ਹੋਰ ਨਾਮਣਾ ਖੱਟ ਕੇ ਲਿਆਉਣਗੇ। ਗੱਲਾਂ ਬਾਤਾਂ ਇਹ ਸਾਰੇ ਕੰਮ ਨਹੀਂ ਹੋ ਸਕਦੇ, ਕੁਝ ਕਰਨਾ ਪਊਗਾ ਜੀ। ਪਰ ਸਰ ਕਿਸਾਨਾਂ ਦੀ ਗੱਲ ਕਰਦੇ ਹਾਂ, ਕੁਝ ਕੁ ਦਿਨ ਪਹਿਲਾਂ ਟ੍ਰੇਨਾਂ ਰੁਕੀਆਂ, ਹੁਣ ਮੋਹਾਲੀ ਵਿੱਚ ਰੋਸ ਪ੍ਰਦਰਸ਼ਨ ਕੀਤਾ ਹੈ, ਆਉਣ ਵਾਲੇ ਦਿਨਾਂ ਦੇ ਦੌਰਾਨ ਵੀ ਕਾਲ ਕਈ ਦਿੱਤੀਆਂ ਹੋਈਆਂ ਨੇ। ਇਹ ਕੀ ਕਾਰਨ ਹੈ ਇਹਦੇ ਪਿੱਛੇ ਸਾਰਾ? ਕਿ ਸੁਣਵਾਈ ਨਹੀਂ ਹੋ ਰਹੀ ਜਾਂ ਸਰਕਾਰ ਦੀ ਫਿਰ MSP ਵਾਲੀ ਗੱਲ ਹੈ? ਤੁਹਾਨੂੰ ਪਤਾ ਘੱਟੋ ਘੱਟ ਖਰੀਦ ਕੀਮਤ ਦੇ ਮੁੱਦੇ ਦੇ ਉੱਤੇ ਇੱਕ ਬਿੱਲ ਪੇਸ਼ ਕੀਤਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਡਾ ਨੇ, ਤੇ ਉਹਨੇ ਨਾਲ ਆਖਿਆ ਇਹ ਹੈ ਕਿ ਭਾਰਤ ਸਰਕਾਰ ਨੇ ਪਿਛਲੇ ਸਾਲ ਕਿਸਾਨ ਅੰਦੋਲਨ ਰੋਕਣ ਵਾਸਤੇ ਐਲਾਨ ਕੀਤਾ ਸੀ ਕਿ 3 ਖੇਤੀ ਬਿੱਲ ਵਾਪਸ ਲੈਣੇ, 3 ਕਾਨੂੰਨ ਤੋਂ ਵਾਪਸ ਲੈ। ਨਾਲ ਆਖਿਆ ਸੀ ਕਿ ਫਸਲਾਂ ਦੀ ਘੱਟੋ ਘੱਟ ਖਰੀਦ ਕੀਮਤ MSP ਨੂੰ ਅਸੀਂ ਕਾਨੂੰਨੀ ਗਰੰਟੀ ਦੀ ਸ਼ਕਲ ਦਿਆਂਗੇ ਜੀ। ਤੇ ਤੁਸੀਂ ਕੀਤੀ ਕਾਹਤੋਂ ਨਹੀਂ? ਹੁਣ ਤੱਕ ਕਿਉਂ ਨਹੀਂ ਕੀਤੀ? ਉਹਨੇ ਕਈ ਮੁੱਦੇ ਉਹਨੇ ਹੋਰ ਉਠਾਏ, ਉਹਨੇ ਦਰਬਦਰੀ ਦੇ ਵਿਰੋਧ ਦਾ ਵੀ ਉਠਾਇਆ। ਹੁਣ ਤਾਂ ਇਹ ਵੀ ਆਖਿਆ ਕਿ ਤੁਸੀਂ ਕਹਿੰਦੇ ਸੀ ਕਿ ਇੱਕ ਜਿਹੜਾ ਗੁਰਦੁਆਰਿਆਂ ਦਾ ਸਰਕਟ ਬਣਾਉਣਾ, ਇੱਕ ਟ੍ਰੇਨ ਚੱਲੇਗੀ ਅਕਾਲ ਤਖਤ ਸਾਹਿਬ, ਤਖਤ ਕੇਸਗੜ੍ਹ ਸਾਹਿਬ, ਤਖਤ ਦਮਦਮਾ ਸਾਹਿਬ, ਤਖਤ ਪਟਨਾ ਸਾਹਿਬ ਤੇ ਹਜ਼ੂਰ ਸਾਹਿਬ ਨੰਦੇੜ ਦੇ ਤਖਤ ਉੱਥੋਂ ਤੱਕ, ਤੇ ਚਲਾਈ ਕਿਉਂ ਨਹੀਂ? ਤੁਹਾਡਾ ਰੇਲਵੇ ਮੰਤਰਾਲਾ ਤੇ ਕਹਿੰਦਾ ਅਸੀਂ ਅਜੇ ਫਾਈਲ ਹੀ ਨਹੀਂ ਬਣਾਈ। ਇਹ ਸਾਰੇ ਮੁੱਦੇ ਨੇ ਉਠਾਏ, ਪਰ ਵੱਡੀ ਗੱਲ ਹੈ ਕਿ MSP ਦਾ ਮੁੱਦਾ ਜਿਹੜਾ ਉਹਨੇ ਉਠਾਇਆ, ਉਹ ਮੁੱਦਾ ਪੰਜਾਬ ਦੇ ਕਿਸਾਨਾਂ ਵਿੱਚ ਵੀ ਚਰਚਿਤ ਹੈ, ਪਰ ਕਿਸਾਨ ਆਗੂਆਂ ਵਿੱਚ ਉਹ ਮੁੱਦਾ ਚਰਚਿਤ ਨਹੀਂ। ਕਿਸਾਨ ਆਗੂਆਂ ਵਿੱਚ MSP ਦੇ ਕਿਸਾਨਾਂ ਦੇ ਮੁੱਦੇ ਨਾਲੋਂ ਵੱਡਾ ਮੁੱਦਾ ਇਹ ਹੈ ਕਿ ਰਾਜੇਵਾਲ ਵਾਲਾ ਜਿਹੜਾ ਸੰਯੁਕਤ ਕਿਸਾਨ ਮੋਰਚਾ ਉਹ ਵੱਡਾ, ਜਾਂ ਜਗਜੀਤ ਸਿੰਘ ਡੱਲੇਵਾਲ ਤੇ ਡਾਕਟਰ ਦਰਸ਼ਨਪਾਲ ਹੋਣਾ ਦਾ ਸੰਯੁਕਤ ਕਿਸਾਨ ਮੋਰਚਾ ਵੱਡਾ। ਉੱਥੋਂ ਇਹ ਇਕੱਠੇ ਜੰਗ ਜਿੱਤ ਕੇ ਆਏ ਸਨ, ਮੋਰਚਾ ਜਿੱਤ ਕੇ ਮੁੜੇ ਸਨ। ਲੋਕਾਂ ਨੇ ਇਹਨਾਂ ਨੂੰ ਹੱਥੀਂ ਛਾਵਾਂ ਕੀਤੀਆਂ। ਇਹਨਾਂ ਦੇ ਪੱਖ 'ਚ ਕਈ ਕਿਲੋਮੀਟਰ ਪੈਦਲ ਤੁਰ ਕੇ ਲੋਕੀ ਭੁੱਖੇ ਤੇ ਆਏ ਉੱਥੇ ਗਏ। ਮੀਂਹ ਦੇ ਵਿੱਚ ਪਾਣੀ ਆ ਗਿਆ, ਉੱਥੇ ਜਿਹੜੇ ਮੰਜੇ ਡਾਏ ਸਨ, ਕਈ ਦਿਨ ਮੰਜਿਆਂ ਦੇ ਉੱਤੇ ਥੱਲੇ ਪਾਣੀ 'ਚ ਲੱਤਾਂ ਲਮਕਾ ਕੇ ਵੀ ਲੋਕ ਬੈਠੇ ਰਹੇ। ਜਦੋਂ ਇੱਥੇ ਆਏ ਤੇ ਵਿਧਾਨ ਸਭਾ ਚੋਣਾਂ ਇਹਨਾਂ ਦੇ ਜੜ੍ਹੀਂ ਬਹਿ ਗਈਆਂ। ਕੁਝ ਕਿਸਾਨ ਲੀਡਰ ਚੋਣਾਂ ਲੜ ਗਏ, ਕੁਝ ਉਹਨਾਂ ਦੇ ਵਿਰੋਧ 'ਚ ਅੜ ਗਏ। ਜਿਹੜੇ ਲੜਦੀਆਂ ਸੀ ਲੜਦੀਆਂ, ਹੁਣ ਉਹ ਤਾਂ ਮਾਮਲਾ ਪਿੱਛੇ ਰਹਿ ਗਿਆ ਜੀ। ਅਸੀਂ ਤਾਂ ਪਹਿਲਾਂ ਵੀ ਕਹਿੰਦੇ ਸਾਂ ਕਿ ਤੁਸੀਂ ਇਹ ਨਾ ਸਮਝੋ ਕਿ ਸਾਰਾ ਪੰਜਾਬ ਤੁਹਾਡੇ ਨਾਲ ਕਿਸਾਨੀ ਮੁੱਦੇ ਤੇ ਆ। ਜਦੋਂ ਕੱਲ੍ਹ ਨੂੰ ਚੋਣਾਂ ਦਾ ਸਵਾਲ ਆਇਆ, ਤੁਹਾਡੇ ਵਿੱਚੋਂ ਜਿਹੜੇ ਕਾਂਗਰਸੀ ਆ ਕਾਂਗਰਸ ਨਾਲ ਜਾਣਗੇ, ਜਿਹੜੇ ਅਕਾਲੀ ਆ ਅਕਾਲੀਆਂ ਨਾਲ ਜਾਣਗੇ, ਬਾਕੀ ਜਿਹੜੇ ਆ ਉਹ ਉਧਰ ਆਮ ਆਦਮੀ ਪਾਰਟੀ ਵੱਲ ਵੀ ਜਾਣਗੇ। ਇਹਨਾਂ ਨੇ ਆਪਣੀ ਤਾਕਤ ਦਾ ਅੰਦਾਜ਼ਾ ਗਲਤ ਲਾ ਲਿਆ, ਚੋਣ ਲੜਨ ਦੀ ਹਾਰ ਗਏ, ਠੀਕ ਆ, ਹਾਰ ਗਏ, ਪਿੱਛੇ ਮੁੜ ਆਏ। ਦੂਸਰਿਆਂ ਨੇ ਆਖਿਆ ਅਸੀਂ ਲਾਗੇ ਨਹੀਂ ਲਾਉਣਾ। ਹੁਣ ਦੋ ਧਿਰਾਂ ਨੇ, ਉਹਨਾਂ ਦੋਵਾਂ ਧਿਰਾਂ ਦੀ ਮੁਕਾਬਲੇਬਾਜ਼ੀ 'ਚ ਕੱਲ੍ਹ ਬਲਬੀਰ ਸਿੰਘ ਰਾਜੇਵਾਲ ਤੇ ਉਹਨਾਂ ਦੇ ਸਾਥੀਆਂ ਨੇ ਮੋਹਾਲੀ 'ਚ ਜਾ ਕੇ ਬਹੁਤ ਵੱਡਾ ਇਕੱਠ ਕੀਤਾ, ਤੇ ਬੜਾ ਵੱਡਾ ਇਕੱਠ ਹੈ, ਜਿਹ 'ਚ ਆਖਿਆ ਸਾਡੀਆਂ ਕਿਸਾਨਾਂ ਦਾ ਮੰਗਾਂ ਜਿਹੜੀਆਂ ਅਸੀਂ ਮੋਦੀ ਸਰਕਾਰ ਨੇ ਮੰਨੀਆਂ ਤੇ ਲਾਗੂ ਨਹੀਂ ਕੀਤੀਆਂ। ਮੈਨੂੰ ਇਹ ਯਕੀਨ ਹੈ ਕਿ ਅਗਲੇ ਦਿਨਾਂ ਦੇ ਵਿੱਚ ਜਿਹੜਾ ਦੂਸਰਾ ਧੜਾ ਜਗਜੀਤ ਸਿੰਘ ਡੱਲੇਵਾਲ ਤੋਂ ਲੈ ਕੇ ਤੇ ਡਾਕਟਰ ਦਰਸ਼ਨਪਾਲ ਤੇ ਬਾਕੀ ਸਾਰੇ ਜਿਹੜੇ ਉਹ ਇਕੱਠੇ ਨੇ, ਹੋ ਸਕਦਾ ਇੱਕ ਇਕੱਠ ਉਹ ਕਰਨ, ਹੋ ਸਕਦਾ ਲੁਧਿਆਣੇ ਕਰ ਲੈਣ, ਜਲੰਧਰ ਕਰ ਲੈਣ, ਤੇ ਇਹ ਹੋ ਸਕਦਾ ਕਿ ਐਨ ਉਸੇ ਥਾਂ ਜਿੱਥੇ ਰਾਜੇਵਾਲ ਗਰੁੱਪ ਨੇ ਜਾ ਕੇ ਕੀਤਾ ਉੱਥੇ ਇਹ ਕਰ ਦੇਣ, ਹੋ ਸਕਦਾ ਉਹਦੇ ਤੋਂ ਵੱਡਾ ਕਰ ਦੇਣ। ਪਰ ਉਹ ਇਕੱਠ ਸਾਰਿਆਂ ਨੂੰ ਪਤਾ ਇਸ ਗੱਲ ਵਾਸਤੇ ਨਹੀਂ ਹੋਣਾ ਕਿ ਅਸੀਂ ਮੰਗਾਂ ਮਨਵਾਉਣੀਆਂ। ਇਸ ਗੱਲ ਲਈ ਹੋ ਕੇ ਉਹਨਾਂ ਨੂੰ ਦੱਸਣਾ ਕਿ ਜੇ ਸਾਡੇ ਨਾਲ ਗੱਲਬਾਤ ਕਰਨੀ ਆ ਤੇ ਉਹਦੇ ਨਾਲੋਂ ਅਸੀਂ ਵੱਡੀ ਤੇਰਾ ਸਾਡੇ ਨਾਲ ਗੱਲ ਕਰੋ। ਜਦੋਂ ਇਹ ਦੋ ਤਿੰਨ ਥਾਈਂ ਪਾਟੇ ਹੋਣਗੇ, ਇੱਕ ਦੂਸਰੇ ਦੇ ਮੁਕਾਬਲੇ ਤੇ ਇਕੱਠ ਕਰਦੇ ਹੋਣਗੇ, ਤੇ ਨਰਿੰਦਰ ਮੋਦੀ ਨੂੰ ਹੋਰ ਚਾਹੀਦਾ ਕੀ ਹੈ ਜੀ? ਕਿਸਾਨ ਸੰਘਰਸ਼ ਨੇ ਉਹਦੀ ਨੀਂਦ ਉਡਾ ਛੱਡੀ ਸੀ, ਦੁਨੀਆ ਭਰ 'ਚ ਮਿੱਟੀ ਪਲੀਤ ਹੋ ਰਹੀ ਸੀ ਸਾਡੀ ਸਰਕਾਰ ਦੀ। ਹੁਣ ਉਹ ਚੈਨ ਨਾਲ ਬਾਂਹ ਸਰਾਣੇ ਦੇ ਕੇ ਸੌਂਦਾ ਹੋਊਗਾ ਕਿ ਜਦ ਤੁਰੇ ਫਿਰੋ ਮੈਂ ਕੱਖ ਨਹੀਂ ਦੇਣਾ। ਬਿਹਤਰ ਇਹ ਹੈ ਕਿ ਅਜੇ ਵੀ ਜੇ ਕੋਈ ਏਕਤਾ ਕਰ ਲੈਣ, ਨਹੀਂ ਤੇ ਅੱਡੋ ਅੱਡ ਇੱਕ ਦੂਸਰੇ ਦੇ ਖਿਲਾਫ ਇਕੱਠ ਕਰਕੇ ਭੀੜਾਂ ਜੋੜਨ ਨਾਲ ਆਪਣੇ ਜਿਹੜੀ ਤਾਕਤ ਆ ਉਹ ਵੀ ਗਵਾਉਣਗੇ, ਐਨਰਜੀ ਵੇਸਟ ਕਰਨਗੇ, ਤੇ ਕਿਸਾਨਾਂ ਦੀ ਵੀ ਇਹ ਤਾਕਤ ਕਿਸੇ ਚੰਗੇ ਕੰਮ ਲਈ ਬਚਾ ਕੇ ਰੱਖਣੀ ਚਾਹੀਦੀ ਹੈ। ਤੇ ਉੱਧਰ ਪਰਮ ਸਾਹਿਬ ਨੀਤੀ ਆਯੋਗ ਨੇ ਭਗਵੰਤ ਮਾਨ ਹੋਰਾਂ ਨੂੰ ਸੱਦਾ ਭੇਜਿਆ ਸੀ ਕਿ ਆਓ ਕਿਸੇ ਦਿਨ ਦਿੱਲੀ ਗੱਲਬਾਤ ਕਰੀਏ। ਪਹਿਲਾਂ ਚੰਨੀ ਸਾਹਿਬ ਨੂੰ ਵੀ ਸੱਦਾ ਭੇਜ ਰਹੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਵੀ, ਉਹ ਤਾਂ ਗਏ ਨਹੀਂ। ਪਰ ਅੱਜ ਭਗਵੰਤ ਮਾਨ ਸਾਹਿਬ ਕਹਿੰਦੇ ਆ ਕਿ ਮੈਂ ਫੁੱਲ ਹੋਮਵਰਕ ਕਰਕੇ ਚੱਲਿਆ। ਕਿਵੇਂ ਦੇਖਦੇ ਆ? ਦੇਖੋ, ਨੀਤੀ ਆਯੋਗ ਕਿਸੇ ਵਕਤ ਪਲੈਨਿੰਗ ਕਮਿਸ਼ਨ ਹੁੰਦਾ ਸੀ ਜੀ, ਉਸੇ ਨੂੰ ਪੰਜਾਬੀ ਤੇ ਹਿੰਦੀ 'ਚ ਯੋਜਨਾ ਕਮਿਸ਼ਨ ਕਹਿ ਦਿੰਦੇ ਸੀ। ਫਿਰ ਉਹਦਾ ਨਵਾਂ ਨਾਂ ਰੱਖਿਆ ਗਿਆ ਤੇ ਜਾਣ ਬੁੱਝ ਕੇ ਇਹੋ ਜਿਹਾ ਰੱਖਿਆ ਗਿਆ, ਨਾਂ ਬਹੁਤ ਲੰਮਾ, ਨੈਸ਼ਨਲ ਇੰਸਟੀਚਿਊਟ ਆਫ, ਛੱਡੋ ਹੁਣ ਸਾਰੇ ਨੂੰ, ਮੈਂ ਉਹਦੇ 'ਚ ਕੀ ਕਰਨਾ। ਪਰ ਉਹ ਬਣਾਇਆ ਇੱਕ
NITI यानी हिंदी च नीति बन सके। अजकल हिंदी का बड़ा झल कुद्या ना, बाकी सब तो वध हिंदी करो, किसी भी तरीके करो। आयुर्वैदिक मंत्रालय जो डॉक्टरी मंत्रालय उसका ना लफ्ज चुन चुन के इस तरह के बनाए कि वो आयुष बन जाए, वो तो आयुष्मान बन जाए। ये हिंदी सारा लदन का यत्न। जदों प्लैनिंग कमीशन तो नीति आयोग बनाता, काम तो वही है, फर्क तो कोई नहीं। उस प्लैनिंग कमीशन का काम जिस तरह पंडित जवाहर लाल नेहरू के वेले तो सी कि राज्यां दीयां सरकारां सारियां उहदे नाल बैठदियां सन, मुख मंत्री खजाना मंत्री ते अफसर बैठते सन ते योजना बनाते सन कि अगले 5 सालों च की करना, किहड़े-किहड़े काम करने वाले जरूरी है, किहड़े 4 दिन टाले जा सकते हैं। एन उहो ही काम इस वे नीति आयोग का। पंजाब दे विच पहलां योजना कमीशन के वक्त भी मीटिंगां होंदियां रहियां ते जदों नीति आयोग बन गया उदों भी पंजाब के मुख मंत्री प्रकाश सिंह बादल होरी उत्थे चले गए सी। जदों पंजाब दे विच कांग्रेस की सरकार आ गई तो कैप्टन अमरिंदर सिंह दे कोल टाइम ही नहीं सी। दो गल्लां इकट्ठियां थोड़ियां हो सकदियां, जां ओह सीताफल दा जिहड़े उहदा खोजबीन दा रजिस्टर वेखदे जी, ते जां फिर दिल्ली जाके पंजाब दे विकास दीयां फाइलां पोड़दे। वो योजना कमीशन कोल गए ही नहीं, क्योंकि उन्हां कोल सीताफल की जिहड़ी सप्लाई है उहदे तो वेल नहीं सी, उधर ही रुझे रहे। वो नहीं गए उत्थे। नीति आयोग वाला ने पंजाब के चीफ सैकटरी नूं आख्या कि अपने मुख मंत्री नूं कहो असीं योजना बारे उहदे नाल गल करनी है, टाइम देवे। 2 चिट्ठियां पईयां, नहीं जवाब था। हार के नीति आयोग के एक मैंबर ने सीधी चिट्ठी लिखी कैप्टन अमरिंदर सिंह नूं कि टाइम लंघी जाता, असीं योजना पास करनी, तुसीं दसदे नहीं, टाइम दिओ कदों मिल गई। तो उन्हें फिर नहीं जवाब दिता, वो चला गया। उस तो बाद मुख मंत्री चरणजीत सिंह चन्नी नूं आख्या गया। चरणजीत सिंह चन्नी दे कोल होर बड़े काम सी। जिहड़ा बंदा ये कहंदा कि मैं मंजा भी उण सकदा, मैं टेंट भी ला सकदा, ਉਹਦੇ ਕੋਲ ਤੇ ਕੰਮਾਂ ਦੀ ਇੰਨੀ ਗਾਹਕੀ ਹੁੰਦੀ ਕਿ ਉਹਦੇ ਕੋਲ ਇਹੋ ਜਿਹੇ ਕੰਮ ਯੋਜਨਾਬੰਦੀ ਵਾਸਤੇ ਟਾਈਮ ਕਿੱਥੇ ਹੈ। ਉਹਨੇ ਟਾਈਮ ਹੀ ਨਹੀਂ ਦਿੱਤਾ। ਤੇ ਜਦੋਂ ਦੋਵਾਂ ਸੀਟਾਂ ਤੋਂ ਹਾਰ ਗਿਆ ਤੇ ਉਦੋਂ ਦਾ ਪੰਜਾਬ ਵਿੱਚ ਨਹੀਂ, ਭਾਰਤ ਵਿੱਚ ਨਹੀਂ, ਪਤਾ ਨਹੀਂ ਕਿੱਥੇ। ਚਲੋ ਛੱਡੋ ਉਹਨੂੰ ਇਸ ਗੱਲ ਨੂੰ। ਹੁਣ ਉਹ ਜਿਹੜਾ ਕੰਮ ਉਦੋਂ ਨਹੀਂ ਕੀਤਾ ਗਿਆ, ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਆਈ ਤੋਂ ਨੀਤੀ ਆਯੋਗ ਦਾ ਸੱਦਾ ਆਇਆ ਜੀ ਆਪਾਂ ਨੀਤੀ ਆਯੋਗ ਦੇ ਵਿੱਚ ਬੈਠ ਕੇ ਤੇ ਗੱਲਬਾਤ ਕਰਨੀ, ਤੁਸੀਂ ਦੱਸੋ ਅਸੀਂ ਆਈਏ ਕਿ ਤੁਸੀਂ ਆਉਣਾ। ਤੇ ਇਹਨੇ ਆਖਿਆ ਜੀ ਅਸੀਂ ਆ ਰਹੇ ਹਾਂ। ये चले गया। अज हुण पहुँच गए अगले 1-2 दिन लगातार उत्थे पंजाब की योजना जिहड़ी उहदे बारे विचारां होणगीआं। ये अपना पक्ष पेश करनगे, नीति आयोग वाले अपना पक्ष पेश करनगे। ये दस्सणगे कि साडीआं नीतियां नाल इंनी क आमदन हो सकदी, इन्ना क खर्चा, इन्ने पैसे असीं बचा सकदे हां, इस ढंग नाल असीं चल सकदे हां। ਉਹ ਇਹਨਾਂ ਨੂੰ ਕਹਿਣਗੇ ਕਿ ਇਹਦੇ 'ਚੋਂ ਫਲਾਣੀ ਗੱਲ ਇੱਦਾਂ ਕਰ ਲਓ, ਫਲਾਣੀ ਇੱਦਾਂ ਕਰ ਲਓ। नीति आयोग ने पंजाब दीयां नीतियां बारे बाद विच सोचना। पहली नीत उन्हां दी ये होनी आ कि केंद्र सरकार दा दबदबा इन्हां ते पाया जावे। वो केंद्र सरकार दी काठी पंजाब सरकार दे उत्ते पाउण वास्ते इस तरह दीयां कई उलझणां पाउणगे, जिहड़ियां उलझणां दा हल करना पंजाब सरकार लई सौखा नहीं होना। पर अगे भी भगवंत मान है, वो इहो जिहियां तिगड़मां दे विचों लंघना जाणदा है। ਹੁਣ ਅਗਲੇ ਦਿਨਾਂ ਦੇ ਵਿੱਚ ਅਸੀਂ ਵੇਖਾਂਗੇ ਕਿ ਕਿਹੜੀਆਂ ਗੱਲਾਂ ਪਾਸ ਹੁੰਦੀਆਂ, ਕਿੱਥੇ ਜਾ ਕੇ ਅੜਿੱਕਾ ਪੈਂਦਾ। ਆਸ ਇਹ ਰੱਖਣੀ ਚਾਹੀਦੀ ਹੈ ਕਿ ਜਿਵੇਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਆਖਿਆ ਸੀ ਕਿ ਪਾਰਟੀਆਂ ਜਿੱਤਦੀਆਂ, ਪਾਰਟੀਆਂ ਹਾਰਦੀਆਂ, ਸਰਕਾਰ ਤਾਂ ਸਰਕਾਰ ਹੁੰਦੀ ਹੈ, ਦੇਸ਼ ਵੀ ਚਲਾਉਣਾ, ਰਾਜ ਵੀ ਚਲਾਉਣਾ। ਅਸੀਂ ਰਾਜ ਸਰਕਾਰਾਂ ਨੂੰ ਬਾਕੀ ਸਾਰੀਆਂ ਨੂੰ ਵੀ ਲੋੜ ਮੁਤਾਬਕ ਮਦਦ ਦਿੰਦੇ ਹਾਂ, ਇਹਨੂੰ ਵੀ ਦਿਆਂਗੇ ਜੀ। ਉਹ ਦੂਜਿਆਂ ਨੂੰ ਕਿੰਨੀ ਕੁ ਦਿੰਦੇ ਆ ਸਾਨੂੰ ਪਤਾ ਹੀ ਆ। ਜਿੱਥੇ ਕਾਂਗਰਸੀ ਸਰਕਾਰਾਂ ਹੋਣ, ਕਿਸੇ ਹੋਰ ਵਿਰੋਧੀ ਧਿਰ ਹੋਵੇ, ਉੱਥੇ ਘੱਟ ਮਦਦ ਮਿਲਦੀ ਹੈ। ਪੂਰੀ ਆਸਥਾ ਸਾਨੂੰ ਪੰਜਾਬ ਵਾਲਿਆਂ ਨੂੰ ਵੀ ਨਹੀਂ ਰੱਖਣੀ ਚਾਹੀਦੀ, ਪਰ ਕੁਝ ਨਾ ਕੁਝ ਦੇਣਗੇ ਨਾ। ਜਿੰਨਾ ਦੇਣਗੇ ਉਹਨਾਂ ਸਹੀ। ਯੋਜਨਾਬੰਦੀ ਦੀ ਕੋਈ ਗੱਲ ਤੇ ਚੱਲੂਗੀ ਜਿਹੜੀ ਬੜੇ ਚਿਰ ਦੀ ਅਟਕੀ ਪਈ ਸੀ। ਜੇ ਹੁਣ ਚੱਲਦੀ ਹੈ ਤੇ ਉਹ ਤੋਂ ਆਸ ਰੱਖੀਏ ਕਿ ਕੁਝ ਭਲਾ ਹੋਵੇਗਾ। ਪੰਜ ਸਾਹਿਬ, ਤੁਸੀਂ ਨਾਮ ਲਿਆ ਕਾਂਗਰਸ ਦਾ। ਵੈਸੇ ਤਾਂ ਕਾਂਗਰਸ ਖਤਰੇ ਵਿੱਚ ਲੱਗਦੀ ਪਈ ਹੈ, ਰੋਸ ਪ੍ਰਦਰਸ਼ਨ ਚੱਲਦੇ ਪਏ ਆ। ਇੱਕ ਤਾਂ ਇਹ ਦੱਸਿਓ ਕਿ ਇਹਦੇ ਪਿਛਲਾ ਕਾਰਨ ਕੀ ਹੈ, ਦੂਜਾ ਇਹ ਦੱਸਿਓ ਕਿ ਇਹਦਾ ਪ੍ਰਭਾਵ ਕੀ ਪੈ ਸਕਦਾ ਪਾਰਟੀ ਦੇ ਉੱਪਰ। ਫਿਰ ਪਾਰਟੀ ਆਉਣ ਵਾਲੇ ਸਮੇਂ 'ਚ ਲੱਗਦਾ ਕਿ ਪੈਰ ਥਿੜਕਦੇ ਪਏ ਆ। ਪਾਰਟੀ ਦੇ ਪੈਰ ਥਿੜਕਦੇ ਕੀ ਪਏ, ਹੁਣ ਤਾਂ ਥਿੜਕੇ ਪਏ ਨੇ। ਇਹ ਪਾਰਟੀ ਪੰਜਾਬ ਵਿੱਚ ਆਪੋਜੀਸ਼ਨ 'ਚ ਹੈਗੀ ਹੈ। ਗੁਜਰਾਤ ਵਿੱਚ ਸ਼ਾਇਦ ਇਸ ਦਸੰਬਰ ਤੋਂ ਬਾਅਦ ਹੁਣ ਨਾਲੋਂ ਵੀ ਮਾੜੀ ਹਾਲਤ ਵਿੱਚ ਚਲ ਜਾਵੇ ਜੀ। ਇਹ ਹੋ ਸਕਦਾ ਕਿ ਉਨੀਆਂ ਕੁ ਸੀਟਾਂ ਰਹਿ ਜਾਣ ਜਿੰਨੀਆਂ ਕੁ ਪਿਛਲੀ ਵਾਰੀ ਅਕਾਲੀਆਂ ਦੀਆਂ ਪੰਜਾਬ 'ਚ ਰਹਿ ਗਈਆਂ ਸੀ।
ਰਾਜਸਥਾਨ ਦੇ ਵਿੱਚ ਵੀ ਥੋੜ੍ਹੇ ਚਿਰ ਬਾਅਦ ਇਹਨਾਂ ਦੀ ਹਾਲਤ ਮੰਦੀ ਹੋ ਜਾਣੀ ਹੈ। ਜੀ ਉੱਥੋਂ ਜਿਹੜਾ ਮੁੱਖ ਮੰਤਰੀ ਅਸ਼ੋਕ ਗਹਿਲੋਤ ਹੈ ਉਹਨੂੰ ਕਾਂਗਰਸ ਪਾਰਟੀ ਸੰਬੰਧੀ ਇੱਕ ਸੈਂਟਰ 'ਚ ਲੈ ਆਈਏ ਤੇ ਪ੍ਰਧਾਨ ਬਣਾ ਦਈਏ, ਕਿਉਂਕਿ ਸੋਨੀਆ ਗਾਂਧੀ ਬਿਮਾਰ ਵੀ ਆ, ਬਜ਼ੁਰਗ ਵੀ ਆ, ਇਹਨੂੰ ਲਿਆਓ। ਜੇ ਉਹਨੂੰ ਬਣਾਤਾ ਤੇ ਸਚਿਨ ਪਾਇਲਟ ਨੂੰ ਇੱਥੇ ਮੁੱਖ ਮੰਤਰੀ ਬਣਾਇਆ ਤੇ ਇਹਨਾਂ ਦੋਵਾਂ ਦੀ ਆਪੋ 'ਚ ਕਦੇ ਬਣੀ ਨਹੀਂ। ਹੁਣ ਤੱਕ ਸਚਿਨ ਪਾਇਲਟ ਦੇ ਜਿਹੜੇ ਦੋਸਤ ਨੇ ਉਹਨਾਂ ਦਾ ਰਗੜਾ ਨਿਕਲਦਾ ਸੀ, ਮੁੜ ਕੇ ਉਹ ਇਹਨਾਂ ਦਾ ਰਗੜਾ ਕੱਢੇਗਾ। ਜੀ ਇੱਥੇ ਵੀ ਪਾਰਟੀ ਡੁੱਬੀ ਲਓ। ਹਾਲਾਤ ਇਹੋ ਜਿਹੇ ਆ ਕਿ ਕਾਂਗਰਸ ਮੁਕਤ ਭਾਰਤ ਬਣਾਉਂਦਿਆਂ ਨਰਿੰਦਰ ਮੋਦੀ ਦਾ ਹੁਣ ਨਵਾਂ ਨਿਸ਼ਾਨਾ ਇਹ ਹੈ ਕਿ ਨਹਿਰੂ ਗਾਂਧੀ ਪਰਿਵਾਰ ਤੋਂ ਮੁਕਤ ਭਾਰਤ ਦੀ ਰਾਜਨੀਤੀ ਕਰਨੀ ਹੈ। ਇਹਨਾਂ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਹੁਣ ਜਿਹੜੇ ਕੇਸ ਚੱਲਦੇ ਪਏ ਆ, ਜਿਨ੍ਹਾਂ ਦੇ ਵਿੱਚ ਯੰਗ ਇੰਡੀਅਨ ਵਾਲਾ ਤੇ ਨੈਸ਼ਨਲ ਹੈਰਲਡ ਵਾਲਾ, ਨੈਸ਼ਨਲ ਹੈਰਲਡ ਦੇ ਜੇ ਦਿੱਲੀ ਦੇ ਪਵਾੜੇ ਮੁੱਕੇ ਨਹੀਂ ਤੇ ਮੱਧ ਪ੍ਰਦੇਸ਼ ਦੀ ਰਾਜਧਾਨੀ ਭੋਪਾਲ ਵਿੱਚ ਵੀ ਇੱਕ ਨਵਾਂ ਕੇਸ ਉਸੇ ਨਾਲ ਸੰਬੰਧਿਤ ਬਣ ਗਿਆ। ਅਜੇ ਤਾਂ ਹਰਿਆਣੇ ਵਾਲਾ ਵੀ ਉੱਠਣਾ। ਉਹਦੇ 'ਚ ਲੱਗਦਾ ਹੈ ਕਿ ਸੋਨੀਆ ਗਾਂਧੀ, ਰਾਹੁਲ ਗਾਂਧੀ ਤੇ ਇਹ ਜਿਹੜਾ ਪਰਿਵਾਰ ਹੈ, ਇਹਨਾਂ ਨੂੰ ਹੁਣ ਵਾਲੀ ਕੇਂਦਰ ਸਰਕਾਰ ਇੱਕ ਵਾਰੀ ਜੇਲ੍ਹ ਪਹੁੰਚਾਉਣਾ ਚਾਹੁੰਦੀ ਹੈ। ਜੇ ਉਹ ਜੇਲ੍ਹ ਵਾਲੇ ਪਾਸੇ ਨੂੰ ਤੁਰ ਪਏ, ਸਮਝਦੇ ਆ ਕਿ ਸਾਡੇ ਪੱਖ 'ਚ ਪਤਾ ਨਹੀਂ ਲੋਕਾਂ 'ਚ ਹਮਦਰਦੀ ਦੀ ਲਹਿਰ ਉੱਠੂਗੀ। ਹਮਦਰਦੀ ਦੀ ਲਹਿਰ ਤਾਂ ਉੱਠਦੀ ਹੈ ਜੇ ਕੋਈ ਲੀਡਰ ਅੱਗੇ ਦਿਸਦੀ ਹੋਵੇ, ਲੀਡਰਸ਼ਿਪ ਦਿਖਦੀ ਹੋਵੇ। ਇੱਥੇ ਲੀਡਰਸ਼ਿਪ ਵੀ ਕੋਈ ਨਹੀਂ, ਲੀਡਰਲੈਸ ਪਾਰਟੀ ਆ। ਮੈਨੂੰ ਨਹੀਂ ਲੱਗਦਾ ਕਿ ਹੁਣ ਇਹ ਦੁਬਾਰਾ ਉੱਠ ਸਕਣਗੇ। ਜੇ ਉੱਠ ਪੈਣ ਤੇ ਇਹ ਆਪਣੇ ਆਪ 'ਚ ਇੱਕ ਕ੍ਰਿਸ਼ਮਾ ਹੀ ਹੋਊਗਾ। ਉਹ ਵੀ ਪੰਨੂ ਸਾਹਿਬ ਕੁੰਡੀਆਂ ਪਾ ਕੇ ਰੱਖੀਆਂ, ਮੱਛੀਆਂ ਫਸੀ ਜਾਂਦੀਆਂ, ਦੇਖਦੇ ਅੱਗੇ ਬਣਦਾ ਕੀ ਆ। ਬਾਕੀ ਤੁਸੀਂ ਹਰ ਰੋਜ਼ ਤਰ੍ਹਾਂ ਖਬਰਾਂ ਤੇ ਚਰਚਾ ਕੀਤੀ ਹੈ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਇਹ ਸਨ ਸੀਨੀਅਰ ਪੱਤਰਕਾਰ ਜਤਿੰਦਰ ਪੰਨੂ ਜੀ, ਜਿਨ੍ਹਾਂ ਨੇ ਡਿਟੇਲ ਤੇ ਜਾਣਕਾਰੀ ਸਾਂਝੀ ਕੀਤੀ ਹੈ। ਆਉਣ ਵਾਲੇ ਸਮੇਂ ਵਿੱਚ ਅਗਲੇ ਪ੍ਰੋਗਰਾਮ 'ਚ ਦੇਖਦੇ ਰਹੋ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ ਤੁਹਾਡੇ ਲਈ।